ਅੰਮ੍ਰਿਤਸਰ ਪੇਜ ਦੇਖ ਰਹੇ ਸਾਰੇ ਲੋਕਾਂ ਦਾ ਸਵਾਗਤ ਹੈ ਦੋਸਤੋ। ਯੂਕਰੇਨ ਔਰ ਰਸ਼ੀਆ ਦੇ ਵਿੱਚ ਜਿਹੜਾ ਮਹਾਵਿਨਾਸ਼ਕ ਯੁੱਧ ਚੱਲ ਰਿਹਾ ਉਸ ਦੇ ਵਿਚਕਾਰ ਕਈ ਕੰਟਰੀਆਂ ਦੇ ਜਿਹੜੇ ਸਟੂਡੈਂਟਸ ਨਾਗਰਿਕ ਹੈਗੇ ਉਹ ਫਸੇ ਹੋਏ ਤੇ ਹਰ ਕੰਟਰੀ ਦੇ ਜਿਹੜੇ ਰਾਜਨਾਇਕ ਹੈਗੇ ਜਿਹੜੇ ਵਿਦੇਸ਼ ਮੰਤਰਾਲੇ ਹੈਗੇ ਉਹ ਆਪਣੇ ਆਪਣੇ ਤਰੀਕੇ ਨਾਲ ਆਪਣੇ ਨਾਗਰਿਕਾਂ ਨੂੰ ਕੱਢ ਲੇਕਿਨ ਗੱਲ ਕਰਾਂਗੇ ਅਸੀਂ ਆਪਣੇ ਹਿੰਦੁਸਤਾਨ ਦੀ ਭਾਰਤ ਦੀ ਜਿਨ੍ਹਾਂ ਹਜ਼ਾਰਾਂ ਸਟੂਡੈਂਟ ਨੂੰ ਕੱਢਣ ਲਈ ਲਗਾਤਾਰ ਜਿਹੜੀ ਕੋਸ਼ਿਸ਼ਾਂ ਗਈ ਬੀਜੇਪੀ ਦੀ ਸਰਕਾਰ ਵੱਲੋਂ ਜਾਰੀ। ਸੋ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮਾਧਿਅਮ ਬਣਿਆ, ਉਹ ਮਾਧਿਅਮ ਬਣਿਆ ਅਨੁਜ ਭੰਡਾਰੀ ਜਿਹੜੇ ਕਿ ਪ੍ਰਦੇਸ਼ ਬੀਜੇਪੀ ਦੇ ਕਾਰਜਕਾਰਨੀ ਸਦस्य ਹੈਗੇ। ਸੋ ਉਹ ਯੂਕਰੇਨ ਦੇ ਵਿੱਚ ਫਸੇ ਜਿਹੜੇ ਹਜ਼ਾਰਾਂ ਨਾਗਰਿਕ ਹੈਗੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਕਢਾਉਣ ਦਾ ਇੱਕ ਮਾਧਿਅਮ ਬਣੇ ਆ। ਸੋ ਜਿਹੜਾ ਮੰਤਰਾਲੇ ਵਿਦੇਸ਼ ਮੰਤਰਾਲੇ ਜੇ ਭਾਰਤ ਸਰਕਾਰ ਦਾ ਉਹਨਾਂ ਨੇ ਉਹਨਾਂ ਨੂੰ ਡਿਊਟੀ ਸੌਂਪੀ ਹੈ। ਸੋ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਮਾਧਿਅਮ ਬਣੇ ਆ ਔਰ ਕਿੰਨੇ ਕੁ ਯੂਕਰੇਨ ਦੇ ਵਿਦਿਆਰਥੀ ਹੈਗੇ ਆ ਔਰ ਜਿਹੜੇ ਨਾਗਰਿਕ ਹੈਗੇ ਆ ਅੰਮ੍ਰਿਤਸਰ ਜਾਂ ਪੰਜਾਬ ਦੀ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਰਹੇ ਕਿਸ ਤਰ੍ਹਾਂ ਮਾਧਿਅਮ ਬਣੇ। ਸੋ ਉਹਨਾਂ ਨਾਲ ਗੱਲ ਕਰਦੇ ਆ। ਭੰਡਾਰੀ ਜੀ, ਸਭ ਤੋਂ ਪਹਿਲਾਂ ਇਸ ਜਿਹੜੀ ਮਹਾਵਿਨਾਸ਼ਕ ਯੁੱਧ ਹੈਗਾ ਆ ਉਸ ਦੇ ਵਿਚਕਾਰ ਆਪਣੇ ਭਾਰਤੀਆਂ ਨੂੰ ਜਿਹੜਾ ਕੱਢਣ ਦਾ ਇੱਕ ਮਾਧਿਅਮ ਬਣੇ ਉਸ ਲਈ ਤੁਹਾਡੀ ਪ੍ਰਸ਼ੰਸਾ ਹੈ। ਸੋ ਅੰਮ੍ਰਿਤਸਰ ਪੇਜ ਤੇ ਤੁਹਾਡਾ ਸਵਾਗਤ ਹੈ। ਉਮੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਜਿਹੜਾ ਤੁਸੀਂ ਇਹ ਮੇਰੇ ਮਾਧਿਅਮ ਨਾਲ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਅੰਮ੍ਰਿਤਸਰ ਪੇਜ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦੇਖੋ, ਜਿਹੜਾ ਯੁੱਧ ਹੋ ਰਿਹਾ ਵਾ ਇਹ ਕੋਈ ਵੀ ਦੇਸ਼ ਨਹੀਂ ਚਾਹੁੰਦਾ ਕਿਉਂਕਿ ਯੁੱਧ ਜਿਹੜਾ ਵਾ ਨਾ ਇਹ ਕਈ ਪੀੜ੍ਹੀਆਂ ਨੂੰ ਸਹਿਣਾ ਪੈਂਦਾ। ਇਹ ਮਹਾਵਿਨਾਸ਼ਕ ਤੁਸੀਂ ਨਾਮ ਲਿੱਤਾ ਵਾ, ਵਾਕਈ ਕੋਈ ਸ਼ੱਕ ਨਹੀਂ। ਅੱਜ 8ਵਾਂ ਦਿਨ 9ਵਾਂ ਦਿਨ ਹੈ ਸ਼ਾਇਦ, ਉੱਥੇ ਬੰਬਾਰਡਮੈਂਟ ਸ਼ੈਲਿੰਗ ਹੋ ਰਹੀ ਆ, ਨਾ ਉਹ ਚੁੱਕਣ ਨੂੰ ਤਿਆਰ ਆ ਨਾ ਉਹ ਚੁੱਕਣ ਨੂੰ ਤਿਆਰ ਆ। ਤਾਂ ਲੜਾਈ ਤੀਸਰੇ ਮਹਾਯੁੱਧ ਦੀ ਤਰਫ ਨੂੰ ਚੱਲ ਰਹੀ, ਵਰਲਡ ਵਾਰ ਨੂੰ ਚੱਲ ਰਹੀ ਆ। ਉਧਰ ਚਾਈਨਾ ਔਰ ਤਾਈਵਾਨ ਦਾ ਆਪਣਾ ਉਹਨੇ ਫਰੰਟ ਖੋਲ੍ਹਿਆ ਹੋਇਆ ਵਾ, ਧਮਕੀਆਂ ਦੇ ਰਿਹਾ। ਇਹ ਮੈਂ ਪਹਿਲਾਂ ਤਾਂ ਇਹੀ ਕਹੂੰਗਾ ਕਿ ਪਰਮਾਤਮਾ ਕੋਲੋਂ ਕਿ ਸਦਬੁੱਧੀ ਹੋਵੇ, ਆਪਾਂ ਪੀਸਫੁਲ ਲਾਈਫ ਇਹੀ 70-80 ਸਾਲ ਜੀਣ ਆਏ ਆ, ਆਪਾਂ ਆਪਣੇ ਪਰਿਵਾਰ ਔਰ ਆਪਣੇ ਸਮਾਜ ਲਈ ਜਿਹੜਾ ਜੋ ਅੱਛਾ ਹੋ ਸਕਦਾ ਹੋਵੇ ਆਪਾਂ ਉਹ ਕਰੀਏ। ਤਾਂ ਇਹੀ ਇੱਕ ਗੱਲ ਆ ਜਿਹੜੀ ਮੇਰਾ ਇੱਕ ਪਹਿਲੀ ਸੋਚ ਆ। ਦੂਜੀ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਕਿ ਯੂਕਰੇਨ ਦਾ ਜਿਹੜਾ ਅਸਲੇ ਮੁੱਦਾ ਚੱਲ ਰਿਹਾ ਵਾ ਉਹ ਬੜਾ ਹੀ ਅਸਲੇ ਮਤਲਬ ਖਤਰਨਾਕ ਆ, ਬਹੁਤ ਹੀ ਔਖਾ ਵਾ। ਲੋਕ ਵਿਦਿਆਰਥੀ ਉੱਥੇ ਪੜ੍ਹਨ ਗਏ ਆ, ਕਰੋੜਾਂ ਰੁਪਏ ਖਰਚ ਕੇ ਆਪਣੇ ਮਾਂ ਪਿਓ ਨੇ ਉੱਥੇ ਬੱਚਿਆਂ ਨੂੰ ਭੇਜਿਆ ਜਿਹੜੇ ਇੱਥੇ ਐਡਮਿਸ਼ਨ ਨਹੀਂ ਲੈ ਪਾਏ। ਕਿਸੇ ਦਾ ਤੀਸਰਾ ਸਾਲ ਆ, ਕਿਸੇ ਦਾ ਚੌਥਾ ਸਾਲ ਆ, ਕਿਸੇ ਦਾ ਲਾਸਟ ਈਅਰ ਆ। ਬੱਚਿਆਂ ਨੂੰ ਇਹ ਵੀ ਪਤਾ ਸੀਗਾ, ਪੇਰੈਂਟਸ ਨੂੰ ਵੀ ਪਤਾ ਸੀਗਾ ਕਿ ਲੜਾਈ ਲੱਗ ਜਾਣੀ ਆ, ਬਟ ਉਹ ਸਿਰਫ ਆਪਣੀ ਜਿਹਨੂੰ ਕਹਿੰਦੇ ਨਾ ਪੜ੍ਹਾਈ ਪੂਰੀ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦਾ ਸਾਰੇ ਜੀਵਨ ਦਾ ਪੈਸੇ ਲੱਗ ਚੁੱਕੇ ਨਹੀਂ, ਪੈਸੇ ਤੋਂ ਇਲਾਵਾ ਪੈਸਾ ਤਾਂ ਚਲੋ ਦੁਬਾਰਾ ਕਮਾਇਆ ਜਾਂਦਾ। ਉਮਾ ਜੀ, ਲਾਸਟ ਈਅਰ ਆ, ਡਾਕਟਰ ਬਣ ਜਾਣਾ ਉਹਨੇ, ਤਾਂ ਡਾਕਟਰੀ ਲਾਈਫ ਤੋਂ ਬਾਅਦ ਜੇ ਉਹ ਤੋਂ ਵਾਪਸ ਆ ਜਾਂਦੇ ਤਾਂ ਕਿਸ ਤਰ੍ਹਾਂ ਦੁਬਾਰਾ ਜ਼ਿੰਦਗੀ ਜੀਣੀ ਆ। ਅਸੀਂ ਸਿਰਫ ਆਪਣੇ ਆਪ 'ਚ ਲੈ ਕੇ ਮੇਰਾ ਬੱਚਾ ਹੋਵੇ, ਤੁਹਾਡਾ ਬੱਚਾ ਹੋਵੇ ਔਰ ਲਾਸਟ ਈਅਰ ਹੋਵੇ ਜਾਂ 3 ਸਾਲ ਨਿਕਲ ਗਏ ਹੋਣ ਤਾਂ ਉਸ ਤੋਂ ਬਾਅਦ ਲੜਾਈ ਦੇ ਵਿੱਚ ਤਾਂ ਕੁਛ ਵੀ ਕੁਐਸਚਨ ਮਾਰਕ ਆ, ਕੀ ਹੋਣਾ ਕਿਸੇ ਨੂੰ ਨਹੀਂ ਪਤਾ। ਬਟ ਬੱਚੇ ਦਾ ਭਵਿੱਖ ਕਿੱਥੇ ਗਿਆ, ਪੇਰੈਂਟਸ ਦਾ ਭਵਿੱਖ ਕਿੱਥੇ ਗਿਆ। ਪੇਰੈਂਟਸ ਨੇ ਕਈ ਆਪਣੇ ਬੱਚੇ ਨੇ ਕਈ ਆਪਣੇ ਡਰੀਮਸ ਦੇਖੀਆਂ ਹੁੰਦੀਆਂ ਵਾ, ਤਾਂ ਉਸ ਕਰਕੇ ਉਹ ਵਾਪਸ ਨਹੀਂ ਮੁੜੇ। ਪਰ ਚਲੋ ਮੈਂ ਆਪਣਾ ਹੈਟਸ ਆਫ ਕਰਾਂਗਾ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ। ਪਰ ਇਸ ਵੇਲੇ ਭੰਡਾਰੀ ਜੀ, ਮੈਂ ਮਾਧਿਅਮ ਦੀ ਗੱਲ ਕੀਤੀ, ਇਸ ਵੇਲੇ ਬਚਾਉਣ ਦਾ ਕੰਮ ਹੈ ਨਾਗਰਿਕਾਂ ਦਾ, ਉਹ ਬੱਚਿਆਂ ਦਾ ਜਿਹੜਾ ਭਾਰਤ ਦਾ ਭਵਿੱਖ ਹੈਗੇ ਆ ਜਿਹੜੇ ਉੱਥੇ ਪੜ੍ਹਨ ਗਏ ਸੀ। ਤੁਸੀਂ ਕਿਹਾ ਕਿ ਲਾਸਟ ਈਅਰ ਹੈ, ਸੈਕਿੰਡ ਈਅਰ ਹੈ, ਥਰਡ ਈਅਰ ਹੈ, ਫੋਰਥ ਈਅਰ ਜਾਂ ਫਿਫਥ ਈਅਰ ਲਾਸਟ ਈਅਰ ਹੈਗਾ, ਲੇਕਿਨ ਮਾਧਿਅਮ ਕਿਉਂਕਿ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਦੇਸ਼ ਦੇ ਨਾਗਰਿਕ ਨੇ ਔਰ ਦੇਸ਼ ਦਾ ਭਵਿੱਖ ਨੇ, ਰੋ ਰਹੇ ਆ, ਮਦਦ ਦੀ ਗੁਹਾਰ ਲਾ ਰਹੇ। ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਨਹੀਂ। ਇਹਦੇ ਲਈ ਹੈਟਸ ਆਫ ਟੂ ਬੀਜੇਪੀ ਲੈਡ ਗਵਰਨਮੈਂਟ, ਮੋਦੀ ਜੀ ਜੋ ਦੇਸ਼ ਦੇ ਮੈਂ ਹਮੇਸ਼ਾ ਕਹਿੰਦਾ ਯਸ਼ਸਵੀ ਪ੍ਰਧਾਨ ਮੰਤਰੀ ਆ। ਤੁਸੀਂ ਇੱਕ ਗੱਲ ਦੇਖੋ, ਉਹਨਾਂ ਦਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਇਹ ਗੱਲਾਂ ਸਾਰੀਆਂ ਪਤਾ ਲੱਗੀਆਂ, 4 ਮੰਤਰੀ ਆਪਣੇ ਕੈਬਨਿਟ ਮੰਤਰੀ ਅਲੱਗ-ਅਲੱਗ ਜਗ੍ਹਾ 'ਤੇ ਭੇਜ ਦਿੱਤੇ ਗਏ ਤਾਂ ਕਿ ਸੇਫ ਪੈਸੇਜ ਲੈ ਕੇ ਉੱਥੇ ਅੰਬੈਸੀਆਂ ਨਾਲ ਗੱਲ ਕਰਕੇ ਅਲੱਗ-ਅਲੱਗ ਜਗ੍ਹਾ ਤੋਂ ਆਪਣੇ ਬੱਚਿਆਂ ਨੂੰ ਜਿਹੜੇ ਉੱਥੇ ਵਿਦਿਆਰਥੀ ਪੜ੍ਹਨ ਗਏ ਹੋਏ ਜਾਂ ਉੱਥੇ ਕੋਈ ਕੰਮ ਕਰ ਰਿਹਾ ਕੋਈ ਬੰਦਾ, ਉਹ ਸੇਫਲੀ ਇੱਥੇ ਲਿਆਇਆ ਜਾ ਸਕੇ। ਔਰ ਉਹਦੇ ਲਈ ਮੈਂ ਹਮੇਸ਼ਾ ਇੱਕ ਗੱਲ ਕਹਾਂਗਾ ਕਿ ਮੈਂ ਹਰਦੀਪ ਸਿੰਘ ਪੁਰੀ ਜੀ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹਾਂਗਾ। ਸਾਡੇ ਤੋਂ ਲੋਕ ਸਭਾ ਇਲੈਕਸ਼ਨ ਵੀ ਲੜ ਕੇ ਗਏ ਔਰ ਸਾਡੇ ਪ੍ਰਭਾਰੀ ਵੀ ਆ। ਮੈਨੂੰ ਡਾਕਟਰ TP ਸੰਧੂ ਜੀ ਹੈ ਡਾਕਟਰ ਇੱਥੇ ਅੰਮ੍ਰਿਤਸਰ ਤੋਂ, ਉਹਨਾਂ ਦਾ ਬੱਚੇ ਕਰਨ ਸੰਧੂ ਉਹਨਾਂ ਦੀ ਵਾਈਫ ਉੱਥੇ ਯੂਕਰੇਨ ਦੇ ਵਿੱਚ ਹੈਗੇ, ਹੈ ਤਾਂ ਜਰਮਨ ਸਿਟੀਜ਼ਨ। ਉਹਨਾਂ ਦਾ ਮੈਨੂੰ ਫੋਨ ਆਉਂਦਾ 4 ਦਿਨ ਪਹਿਲਾਂ ਕਿ ਇੱਦਾਂ ਦਾ ਬਹੁਤ ਬੁਰਾ ਹਾਲ ਆ, ਲੋਕ ਬੱਚੇ ਫਸੇ ਪਏ ਆ। ਉਹ ਉੱਥੇ ਯੂਨੀਵਰਸਿਟੀ ਚਲਾ ਰਹੇ ਆ, ਕੰਸਲਟੈਂਸੀ ਚਲਾ ਰਹੇ ਆ। ਕਿੱਥੇ ਫਸੇ ਪਏ ਆ? ਯੂਕਰੇਨ 'ਚ। ਨਹੀਂ, ਯੂਕਰੇਨ ਦੇ ਕਿਹੜੇ ਸ਼ਹਿਰ? ਖਾਰਕੀਵ।
ਤਾਂ ਉਹ ਬੱਚੇ ਫਸੇ ਪਏ ਆ, ਕਿਸੇ ਨੂੰ ਕੋਈ ਫੂਡ ਨਹੀਂ ਹੈਗਾ, ਕੋਈ ਮੁਸ਼ਕਲ ਆ, ਬਹੁਤ ਦਿੱਕਤਾਂ ਵਾ, ਬੌਂਬਿੰਗ ਐਂਡ ਸ਼ੈਲਿੰਗ, ਬੌਂਬ ਸ਼ੈਲਿੰਗ ਹੋ ਰਹੀ ਆ। ਤਾਂ ਬੜਾ ਵੱਡਾ ਇੱਕ ਮਤਲਬ ਅੰਦਰੋਂ ਹੁੰਦਾ ਵਾ ਕਿ ਯਾਰ ਬੱਚਿਆਂ ਨੂੰ ਬੜੀ ਉਹ ਉੱਥੇ ਉਹਦੇ ਪੇਰੈਂਟਸ ਕਹਿੰਦੇ ਕਿ ਤੂੰ ਤਦ ਤੱਕ ਨਹੀਂ ਉੱਥੋਂ ਛੱਡਣਾ। ਇਹ ਡਾਕਟਰ ਸਾਹਿਬ ਦੀ ਮੈਨੂੰ ਮੈਂ ਮਿਸਾਲ ਦੇਵਾਂਗਾ ਕਿ ਉਹ ਕਹਿੰਦੇ ਬੱਚਿਆਂ ਨੂੰ ਸਾਰਿਆਂ ਨੂੰ ਕੱਢ ਕੇ, ਮੈਂ ਡਾਕਟਰ ਕਰਨ ਕਹਿੰਦਾ ਜਿਹੜਾ ਉੱਥੇ ਯੂਕਰੇਨ ਦੇ ਵਿੱਚ ਜਿਹੜਾ ਐਜ਼ ਏ ਮੈਡੀਕਲ ਕੰਮ ਕਰ ਰਿਹਾ, ਕਿ ਮੈਂ ਆਪਣੇ ਬੱਚੇ ਸਾਰੇ ਜਿੰਨੇ 5000 ਬੱਚਾ ਉਹਦੇ ਕੋਲ ਪੜ੍ਹ ਰਿਹਾ ਸੀ, ਜਿੱਦਾਂ ਵੀ ਉਹਨੂੰ ਕੰਸਲਟੈਂਸੀ 'ਚ ਕਰ ਰਿਹਾ ਸੀ, ਮੈਂ ਇੱਕ ਬੱਚਾ ਤਦ ਤੱਕ ਸੇਫ ਨਹੀਂ ਕਰਾਂਗਾ, ਤਦ ਤੱਕ ਨਹੀਂ। ਤਾਂ ਉਹਨਾਂ ਦੇ ਪਿਤਾ ਜੀ ਦੇ ਮਾਧਿਅਮ ਨਾਲ ਮੇਰੇ ਨਾਲ ਗੱਲ ਹੋਈ। ਉਹਨਾਂ ਨੇ ਮੈਨੂੰ ਕਿਹਾ ਕਿ ਅਗਰ ਤੁਹਾਡਾ ਅਪਰੋਚ ਹੈ ਤਾਂ ਪੁਰੀ ਸਾਹਿਬ ਤੱਕ ਗੱਲ ਪਹੁੰਚਾਓ, ਔਰ ਗੱਲ ਕਰਕੇ ਤੁਸੀਂ ਇਹ ਕਰੋ ਕਿ ਅਗਰ ਸਾਡਾ ਬਾਇਲੈਟਰਲ ਟਾਕ, ਸਾਡੀ ਰਸ਼ੀਆ ਨਾਲ ਬੜੀ ਅੱਛੀ ਟਿਊਨਿੰਗ ਹੈ ਮੋਦੀ ਜੀ ਦੀ, ਤਾਂ ਜਿਹੜਾ ਜਿਸੇ ਖਾਰਕੀਵ ਤੋਂ ਜੇ ਉਹ ਪੋਲੈਂਡ ਜਾਂਦੇ ਆ ਜਾਂ ਕਿਤੇ ਜਗ੍ਹਾ 'ਤੇ ਜਾਂਦੇ ਆ ਤਾਂ 1800-1500 ਕਿਲੋਮੀਟਰ ਦੂਰੀ 'ਤੇ ਆ, ਲੜਾਈ ਕਿਤੇ ਲੱਗੀ ਹੋਈ ਆ, ਔਰ ਆਪਾਂ ਕਢਾਈ ਕਿਤੇ ਜਾਣਾ ਵਾ, ਉਹਦੇ ਲਈ ਸੇਫ ਪੈਸੇਜ 1500-1800 ਕਿਲੋਮੀਟਰ ਕਿਸੇ ਲਈ ਜਾਣਾ ਬੜਾ ਔਖਾ ਵਾ। ਤਾਂ ਆਪਾਂ ਕਿਉਂ ਨਹੀਂ ਰਸ਼ੀਅਨ ਗਵਰਨਮੈਂਟ ਨਾਲ ਹੀ ਗੱਲ ਕਰਕੇ 5-7 ਮੋਦੀ ਜੀ ਦੀ ਬੜੀ ਅੱਛੀ ਟਿਊਨਿੰਗ ਆ ਉਹਨਾਂ ਨਾਲ, ਤਾਂ ਉਹਨਾਂ ਨੂੰ ਗੱਲ ਪਹੁੰਚਾਈ। ਤਾਂ ਮੈਂ ਵਿਸ਼ਾਲ ਵਧਾਵਨ ਜੀ ਦਾ ਵੀ ਸ਼ੁਕਰੀਆ ਕਰਨਾ ਚਾਹਾਂਗਾ, ਜਿਹੜੀ ਇਹ ਸੋਚ ਦਿੱਤੀ ਨਾ। ਮੈਂ ਹਮੇਸ਼ਾ ਕਹਿੰਦਾ ਕਿ ਦੇਖੋ ਸੋਚ ਕਿਤੋਂ ਵੀ ਆ ਸਕਦੀ ਆ। ਉਹਨਾਂ ਨੇ ਮੈਨੂੰ, ਵਿਸ਼ਾਲ ਜੀ ਨੇ ਸਮਝਾਇਆ ਕਿ ਇਹ ਕੰਮ ਜਿਹੜਾ ਵਾ ਨਾ ਆਪਾਂ ਇਸ ਤਰ੍ਹਾਂ ਕੀਤਾ ਜਾਵੇ ਤਾਂ ਕਿ ਆਪਾਂ ਰਸ਼ੀਅਨ ਦੇ ਥਰੂ, ਰਸ਼ੀਆ ਗਵਰਨਮੈਂਟ ਦੇ ਥਰੂ ਸੇਫ ਪੈਸੇ ਲੈ ਕੇ ਰਸ਼ੀਆ ਦੇ ਵਿੱਚ ਭੇਜ ਦਿੱਤੇ, ਜਿਹੜਾ 40 ਕਿਲੋਮੀਟਰ ਖਾਰਕੀਵ ਤੋਂ ਆ ਸਿਰਫ। ਉਹਨਾਂ ਨੇ ਟਾਈਮ ਵੀ ਦਿੱਤਾ ਸੀ ਤੁਹਾਨੂੰ? ਇਹਨਾਂ ਨੇ ਸੇਫ ਪੈਸੇ ਲਈ ਕੋਈ ਟਾਈਮ ਦਿੱਤਾ ਸੀ? ਹਾਂਜੀ ਬਿਲਕੁਲ ਜੀ, ਉਹਨਾਂ ਨੇ 5 ਤੋਂ 6 ਘੰਟੇ ਦਾ ਸਮੇਂ ਦਿੱਤਾ, ਰਾਤ ਦੇ 9:30 ਵਜੇ ਤੱਕ ਉਹਨਾਂ ਨੇ ਸੇਫ ਪੈਸੇ ਦਿੱਤਾ, ਜਿਹਦੇ ਵਿੱਚ ਮੈਂ ਬੜਾ ਖੁਸ਼ ਨਸੀਬ ਹਾਂ ਕਿ ਕਰਨ ਜਿਹੜੇ ਸੰਧੂ ਜੀ ਆ, ਉਹਨਾਂ ਦੇ ਪਿਤਾ ਜੀ ਦਾ ਕੱਲ ਮੈਂ ਉਹਨਾਂ ਨੂੰ ਦੱਸਿਆ ਜਦੋਂ, ਕਿ ਉਹ ਕਹਿੰਦੇ 400 ਬੱਚਾ ਸੇਫਲੀ ਆਪਾਂ ਰਸ਼ੀਆ ਭੇਜਣ ਦੇ ਵਿੱਚ ਕਾਮਯਾਬ ਹੋ ਗਏ। ਔਰ ਉਹ ਉੱਥੇ ਜਿੱਥੇ ਹੀਟਿੰਗ ਚੱਲ ਰਹੀ ਆ, -10 ਡਿਗਰੀ ਟੈਂਪਰੇਚਰ ਆ, ਕਦੀ 7 ਡਿਗਰੀ ਹੋ ਰਿਹਾ, ਕਦੀ -10 ਆ, ਖਾਣ ਪੀਣ ਨੂੰ ਕੁਝ ਨਹੀਂ ਮਿਲ ਰਿਹਾ ਸੀ, ਬੰਕਰਾਂ 'ਚ ਰੁਕੇ ਹੋਏ ਸੀ। ਔਰ ਰੇਲਵੇ ਸਟੇਸ਼ਨ 'ਤੇ ਉੱਥੇ ਤੁਸੀਂ ਦੇਖੋ, ਉੱਥੇ ਦੇ ਯੂਕਰੇਨ ਦੇ ਕਈ ਲੋਕ ਇੱਦਾਂ ਦੇ ਆ ਜਿਨ੍ਹਾਂ ਨੇ ਟ੍ਰੇਨਾਂ 'ਚ ਬੱਚਿਆਂ ਨੂੰ ਚੜ੍ਹਨ ਨਹੀਂ ਦਿੱਤਾ। ਤੁਸੀਂ ਵੀਡੀਓ ਵੀ ਦੇਖੀਆਂ ਹੋਣਗੀਆਂ, ਕਿਉਂਕਿ ਅਸੀਂ ਤਾਂ ਲੋਕ ਉੱਥੇ ਹੈਗੇ ਨਹੀਂ, ਸਾਨੂੰ ਵੀ ਵੀਡੀਓਜ਼ ਹੀ ਆ ਰਹੀਆਂ। ਬਹੁਤ ਵੱਡੀ ਦਿੱਕਤ ਚੱਲ ਰਹੀ ਆ। ਪਰ ਮੈਂ ਇੱਕ ਗੱਲ ਕਹਾਂ ਕਿ ਮੈਂ ਪੁਰੀ ਸਾਹਿਬ ਦਾ ਜਿੰਨਾ ਧੰਨਵਾਦ ਕਰ ਸਕਦਾ, ਜਿੰਨਾ ਧੰਨਵਾਦ ਕਰਾਂ ਘੱਟ ਆ ਜੀ, ਕਿ ਉਸ ਇਨਸਾਨ ਨੇ ਮਤਲਬ ਮੰਤਰੀ ਤਾਂ ਹੈ, ਬਟ ਮੰਤਰੀ ਤੋਂ ਇਲਾਵਾ ਮੇਰਾ ਸਵਾਲ ਹੈ, ਰਸਤਾ ਕਿਸ ਤਰ੍ਹਾਂ ਨਿਕਲਿਆ? ਸੇਫ ਪੈਸੇਜ ਮਿਲਿਆ, ਹਾਲਾਂਕਿ 6 ਘੰਟੇ ਦਾ ਪੈਸੇਜ ਦਿੱਤਾ, ਉਸ ਤੋਂ ਬਾਅਦ ਫਿਰ ਅੱਜ ਦੀ ਵੀ ਗੱਲ ਕਰੀਏ ਤਾਂ 3 ਘੰਟੇ ਤਾਂ ਵੀ ਦਿੱਤੇ ਆ, ਕਿਉਂਕਿ ਲਗਾਤਾਰ ਰਸ਼ੀਅਨ ਗਵਰਨਮੈਂਟ ਜਿਹੜੀ ਹੈਗੀ ਹੈ, ਜਾਂ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲੇ ਜਾਂ ਰਸ਼ੀਆ ਦਾ ਵਿਦੇਸ਼ ਮੰਤਰਾਲੇ, ਯੂਕਰੇਨ ਦਾ ਵਿਦੇਸ਼ ਮੰਤਰਾਲੇ ਲਗਾਤਾਰ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆ। ਸੋ ਸੇਫ ਪੈਸੇਜ ਮਿਲ ਰਿਹਾ। ਸੋ ਤੁਹਾਡੀ ਜਿਹੜੇ ਕਰਨ ਸੰਧੂ ਉਹਨਾਂ ਨਾਲ ਗੱਲ ਹੋਈ ਹੈ, ਕਿੰਨਾ ਸਟੂਡੈਂਟ ਸੀਗਾ, ਕਿ ਉਹ ਬੰਕਰ 'ਚ ਸੀ ਜਾਂ ਮੈਟਰੋ ਸੀਗੇ, ਔਰ ਕਿਸ ਤਰ੍ਹਾਂ ਉਹਨਾਂ ਨੇ, ਕਿੰਨੇ ਕੁ ਸਟੂਡੈਂਟ ਹੁਣ ਤੱਕ ਨਿਕਲ ਗਏ, ਔਰ ਕਿੰਨੇ ਕਿ ਜਿਹੜੇ ਹਲੇ ਫਸੇ ਹੋਏ ਆ? ਦੇਖੋ ਹਲੇ ਕੋਈ 1100-1200 ਬੱਚਾ ਉਹਦੇ ਕੋਲ ਹੈ, ਬਾਕੀ ਤਾਂ ਸੇਫਲੀ ਉਹ ਕਾਫੀ ਜਗ੍ਹਾ ਤੱਕ ਕਰਨ ਲੈ ਜਾ ਚੁੱਕਾ ਵਾ। ਅੱਜ ਸਵੇਰੇ ਵੀ ਮੇਰੀ 2 ਵਾਰੀ ਗੱਲ ਹੋਈ ਆ, ਹੁਣ ਵੀ ਉਹਨੇ ਮੈਨੂੰ ਕੋਈ 1100 ਬੱਚਿਆਂ ਦੀ ਲਿਸਟ ਭੇਜੀ ਆ। ਲਿਸਟ ਤਾਂ ਨਹੀਂ, ਮੈਂ ਉਹਨੂੰ ਕਿਹਾ ਕਿ ਲਿਸਟ ਤਾਂ ਇਕੱਲੇ ਦੀ ਭੇਜਣੀ ਬੜੀ ਔਖੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵਿੱਚ। ਤਾਂ ਮੈਂ ਉਹਨਾਂ ਦੇ ਪੁਰੀ ਸਾਹਿਬ ਦੇ OSD ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਜਿੰਨੇ ਬੱਚੇ, ਇੱਕ ਬੰਦੇ ਦਾ ਨਾਮ ਪਲੱਸ 900 ਪਲੱਸ 1100 ਸਟੂਡੈਂਟ, ਔਰ ਕਰੰਟ ਲੋਕੇਸ਼ਨ ਜਿੱਥੇ ਇਸ ਵੇਲੇ ਉਹ ਬੈਠੇ ਆ, ਉਹਨਾਂ ਨੂੰ, ਤਾਂ ਕਿ ਉਹਨਾਂ ਨੂੰ 20 ਬੱਸਾਂ ਦੀ ਡਿਮਾਂਡ ਕੀਤੀ ਉਹਨਾਂ ਨੇ ਕਿ 20 ਬੱਸਾਂ ਸਾਨੂੰ ਅਰੇਂਜ ਕਰ ਦਿਓ, ਅੰਬੈਸੀ ਵਾਲਿਆਂ ਨੂੰ ਕਹਿ ਦਿਓ, ਇੰਡੀਅਨ ਅੰਬੈਸੀ ਨੂੰ, ਕਿ 20 ਬੱਸਾਂ ਦਾ ਅਰੇਂਜਮੈਂਟ ਕਰ ਦਿਓ ਤਾਂ ਕਿ ਅਸੀਂ ਸੇਫਲੀ ਉਹਨਾਂ ਬੱਚਿਆਂ ਨੂੰ ਕੱਢ ਕੇ ਲੈ ਜਾ ਸਕੀਏ, ਕਿਉਂਕਿ ਉੱਥੇ ਹੁਣ ਇਸ ਵੇਲੇ ਫੂਡ ਨਹੀਂ ਹੈਗਾ। ਸ਼ਹਿਰ ਤਬਾਹ ਹੋ ਚੁੱਕਾ ਵਾ, ਸ਼ਹਿਰ ਤਬਾਹ ਹੋ ਰਿਹਾ ਵਾ, ਕਈ ਬੰਕਰਾਂ 'ਚ, ਕੋਈ ਮੈਟਰੋ ਸਟੇਸ਼ਨ ਦੇ ਵਿੱਚ ਲੁਕੇ ਹੋਏ ਆ। ਬਟ ਹੁਣ ਉਹਨਾਂ ਨੇ ਸਾਰੇ ਬੱਚਿਆਂ ਨੂੰ, ਜਿੰਨੇ ਵੀ ਉੱਥੇ ਬੱਚੇ ਹੈ, ਉਹ ਸਾਰਿਆਂ ਨੂੰ ਇਕੱਠਾ ਕਰ ਲਿਆ ਵਾ। ਔਰ ਮੇਰੀ 2-2.5 ਘੰਟੇ ਪਹਿਲਾਂ ਮੈਂ ਉਹ ਸਾਰਾ ਮੈਸੇਜ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵਿੱਚ ਵੀ ਭੇਜ ਚੁੱਕਾ ਵਾਂ, ਆਪਣੇ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਤੱਕ ਵੀ ਜਾ ਚੁੱਕੀ ਆ, ਔਰ ਪੁਰੀ ਸਾਹਿਬ ਨੂੰ ਵੀ ਮੈਂ ਡਾਇਰੈਕਟਲੀ ਕਹਿ ਚੁੱਕਾ ਵਾਂ। ਔਰ ਉਹ ਜਲਦ ਹੀ, ਇਹ ਮੇਰਾ ਖਿਆਲ ਆ ਕਿ, ਕਿਉਂਕਿ ਕੱਲ੍ਹ ਮੈਂ ਜੋ ਦੇਖਿਆ 4-5 ਘੰਟਿਆਂ ਦੇ ਵਿੱਚ, ਜਦੋਂ ਇਹ ਸਾਰਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਔਰ ਮੋਦੀ ਜੀ ਕੋਲੋਂ ਇਹ ਸਾਰਾ ਪੁਰੀ ਸਾਹਿਬ ਨੇ ਕਰਾ ਕੇ ਅਗਰ ਬੱਚਿਆਂ ਨੂੰ ਰਸ਼ੀਅਨ ਬਾਰਡਰ ਖੁਲਾਤਾ, ਔਰ ਰਸ਼ੀਅਨ ਉੱਥੇ ਜਿਹੜੇ ਨੇੜੇ ਬੈਠੇ ਸੀ ਉਹ ਬੱਚੇ ਰਸ਼ੀਆ 'ਚ ਭੇਜ ਦਿੱਤੇ ਸੇਫਲੀ। ਮਕਸਦ ਤਾਂ ਸਾਡਾ ਇਹ ਆ ਕਿ ਸਾਡੇ ਬੱਚੇ ਸੇਫ ਹੋ ਜਾਣ, ਬੱਚੇ 4 ਘੰਟੇ ਬਾਅਦ, 4 ਦਿਨ ਬਾਅਦ ਆ ਜਾਣ, ਦਿੱਕਤ ਕੋਈ ਨਹੀਂ। ਪਰ ਉਹ ਬੌਂਬਿੰਗ ਸ਼ੈਲਿੰਗ ਜਿਹੜੀ ਹੋ ਰਹੀ ਹੈ, ਉੱਥੇ ਹੈਵੀ ਬੰਬਾਰਡਮੈਂਟ ਹੋ ਰਹੀ ਆ, ਉਹ ਤੋਂ ਬਚਿਆ ਜਾ ਸਕੇ। ਇਹ ਮੇਨ ਮਕਸਦ ਪਹਿਲੋਂ ਇਸ ਵੇਲੇ ਸਟੇਜ ਤੇ ਇਹ ਆ। ਪਰ ਅਨੁਜ ਜੀ, ਹਰ ਕੋਈ ਕਹਿੰਦਾ ਕਿ ਮੈਂ ਸੇਫ ਹੈਗਾ, ਮੈਂ ਆਪਣੀ ਇੰਡੀਆ ਦੇ ਵਿੱਚ ਹੈਗਾ, ਆਪਣੇ ਵਤਨ ਦੇ ਵਿੱਚ ਹੈਗਾ, ਲੇਕਿਨ ਚੈਲੰਜ ਹੈਗਾ ਉਹ ਜਿਹੜੇ ਕਿ ਜ਼ਿੰਦਗੀ ਤੇ ਮੌਤ ਦੇ ਵਿੱਚ ਜੂਝ ਰਹੇ ਬੱਚੇ, ਸਾਡੇ ਨਾਗਰਿਕ, ਸਾਡੇ ਭਰਾ, ਉਹਨਾਂ ਨੂੰ ਕੱਢਣ ਦਾ ਇੱਕ ਮਾਧਿਅਮ ਬਣੇ। ਔਰ ਗਵਰਨਮੈਂਟ ਆਫ ਇੰਡੀਆ, ਵਿਦੇਸ਼ ਮੰਤਰਾਲੇ ਨੇ ਤੁਹਾਡੀ ਡਿਊਟੀ ਲਾਈ ਵੀ ਜਿੰਨੇ ਵੱਧ ਤੋਂ ਵੱਧ ਬੱਚੇ ਤੁਹਾਡੇ ਸੰਪਰਕ 'ਚ ਹੈਗੇ ਆ, ਸਾਨੂੰ ਉਹਦੀ ਪੂਰੀ ਡਿਟੇਲ ਭੇਜੋ, ਅਸੀਂ ਉਹਨਾਂ ਨੂੰ
ਤੁਹਾਡੇ ਮਾਧਿਅਮ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਕੱਢਾਂਗੇ। ਲੇਕਿਨ ਇੱਕ ਚੈਲੰਜ ਹੈਗਾ ਕਿ ਇੱਕ ਚੈਲੰਜ ਜਿਹੜਾ ਜ਼ਿੰਦਗੀ ਦੇ ਮੌਤ ਦੇ ਜੋ ਪਰਿਵਾਰਾਂ ਨੂੰ ਬਚਾਉਣ ਦਾ, ਨਾਗਰਿਕਾਂ ਨੂੰ, ਆਪਣੇ ਦੇਸ਼ ਦੇ ਨਾਗਰਿਕਾਂ ਨੂੰ, ਕਿਸ ਤਰ੍ਹਾਂ ਚੈਲੰਜ ਨੂੰ ਦੇਖਦੇ ਹੋ ਔਰ ਇਸ ਚੈਲੰਜ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਦੇਖਦੇ ਹੋ? ਦੇਖੋ, ਮੈਂ ਇੱਕ ਗੱਲ ਦੱਸਾਂ ਜੀ, ਲੜਾਈ ਤਾਂ ਮਾੜੀ ਹੁੰਦੀ ਹੈ ਜੀ, ਪਰ ਕੱਲ੍ਹ ਮੈਨੂੰ ਬੜੀ ਸੈਟਿਸਫੈਕਸ਼ਨ ਹੋਈ ਜਦੋਂ ਮੈਂ 400 ਬੱਚਾ, ਮੈਨੂੰ ਲੱਗਾ ਕਿ ਚਲੋ ਸਾਡੇ 4-5 ਘੰਟੇ ਦੀ ਮਿਹਨਤ ਨਾਲ ਮਤਲਬ ਸਹੀ ਅਪਰੋਚ ਪਹੁੰਚਣੀ, ਬੰਦਿਆਂ ਦੀ ਗੱਲ ਪਹੁੰਚਾਉਣੀ ਹੀ ਟਿਕਾਣੇ 'ਤੇ ਪਹੁੰਚੇਗੀ ਤਾਂ ਸੱਟ ਤੱਦ ਵੱਜਦੀ ਆ। ਉਸ ਜਗ੍ਹਾ 'ਤੇ ਜਦੋਂ ਗੱਲ ਪਹੁੰਚ ਗਈ ਤਾਂ ਉਹ ਬੱਚੇ ਬਾਹਰ ਆ ਗਏ। ਬੱਚੇ ਅੱਜ ਰਸ਼ੀਆ 'ਚ ਆ। ਹੁਣ ਅੱਜ 1100 ਬੱਚਿਆਂ ਦੀ ਲੋਕੇਸ਼ਨ ਭੇਜ ਦਿੱਤੀ ਗਈ ਆ ਔਰ ਉਹ 1100 ਬੱਚਾ ਵੀ ਮੈਨੂੰ ਲੱਗਦਾ ਵਾ ਕਿ ਰਸ਼ੀਆ ਦੇ ਥਰੂ ਅਸੀਂ ਉਹਨਾਂ ਨੂੰ ਉੱਥੇ ਐਂਟਰਟੇਨ ਕਰਾ ਲਾਂਗੇ। ਪੁਰੀ ਸਾਹਿਬ ਨੂੰ ਭੇਜ ਦਿੱਤਾ ਗਿਆ, ਮਿਨਿਸਟਰੀ ਆਫ ਐਕਸਟਰਨਲ ਅਫੇਅਰ 'ਚ ਹੋ ਗਈ ਆ। ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸਾਰੀ ਜਿੱਥੇ ਲੀਡਰਸ ਜਿਹੜੇ ਲੱਗੇ ਹੋਏ ਆ ਉਹ ਕੰਮ ਕਰ ਰਹੇ ਆ। ਅਨੁਜ ਭੰਡਾਰੀ ਦਾ ਇੱਕ ਬੜਾ ਛੋਟਾ ਜਿਹਾ ਮਾਧਿਅਮ ਆ ਜੀ। ਅਨੁਜ ਭੰਡਾਰੀ ਵਰਗੇ ਹਜ਼ਾਰਾਂ ਕਾਰਜਕਰਤਾ ਬੀਜੇਪੀ ਦੇ ਵਿੱਚ ਆ, ਬਟ ਮੈਂ ਹਮੇਸ਼ਾ ਆਪਣੇ ਆਪ ਨੂੰ ਗੌਰਵਿੰਦ ਕਰਦਾ ਵਾਂ, ਫੀਲ ਕਰਦਾ ਵਾਂ ਕਿ ਮੈਨੂੰ ਪਾਰਟੀ ਨਰ ਸੇਵਾ ਨਾਰਾਇਣ ਸੇਵਾ ਦਾ ਮੌਕਾ ਦਿੰਦੀ ਆ। ਕਿਉਂਕਿ ਰਾਜਨੀਤੀ ਤਾਂ ਕਰੋ, ਪਰ ਮੈਂ ਹਮੇਸ਼ਾ ਕਹਿੰਦਾ ਵਾਂ ਰਾਜਨੀਤੀ ਜ਼ਰੂਰ ਕਰੋ ਮੁਹੰਮਦ ਜੀ, ਪਰ ਸੇਵਾ ਦੇ ਮਾਧਿਅਮ ਨਾਲ ਕਰਨੀ। ਪਰ ਇੱਥੇ ਰਾਜਨੀਤੀ ਨਹੀਂ ਹੈ, ਇੱਥੇ ਆਪਣੇ ਦੇਸ਼ ਦਾ ਸਵਾਲ ਹੈ। ਦੇਖੋ, ਗੱਲ ਸੁਣੋ, ਗੱਲ ਤੁਸੀਂ ਉਹੀ ਗੱਲ ਹੈ ਤਾਂ ਰਾਜਨੀਤਿਕ ਕੰਮ ਹੀ ਨਾ ਜੀ, ਕੂਟਨੀਤੀ ਹੈ। ਕੰਮ ਤਾਂ ਰਾਜਨੀਤਿਕ ਹੀ ਆ। ਦੋ ਦੇਸ਼ਾਂ ਦੀ ਲੜਾਈ ਹੋ ਰਹੀ ਆ ਤਾਂ ਭਾਰਤ ਦੀ ਲੜਾਈ ਤਾਂ ਨਹੀਂ ਹੋ ਰਹੀ, ਪਰ ਭਾਰਤ ਦੀ ਅਗਰ ਉਹਦਾ ਨਾਲ ਆਪਸ 'ਚ ਤਾਲਮੇਲ ਨਾ ਹੁੰਦਾ। ਤੁਹਾਡੀ ਗੱਲ ਕਰਾਂਗਾ, ਤੁਸੀਂ ਰਾਜਨੀਤੀ ਕੀਤੀ, ਕੂਟਨੀਤੀ ਨਾਲ ਹਰ ਮਸਲੇ ਦਾ ਹੱਲ ਹੋ ਜਾਂਦਾ, ਭਾਵੇਂ ਕੋਈ ਵੀ ਮੁਲਕ ਹੋਵੇ। ਲੇਕਿਨ ਜਦੋਂ ਉਹਨਾਂ ਨੇ ਅਪਰੋਚ ਕੀਤੀ, ਨਾ ਕਿ ਰਾਜਨੀਤੀ ਸੀ ਨਾ ਕੂਟਨੀਤੀ ਸੀ, ਇੱਕ ਇਨਸਾਨੀਅਤ ਸੀ। ਬਿਲਕੁਲ ਜੀ। ਦੇਖੋ, ਇਨਸਾਨੀਅਤ ਤੋਂ ਵੱਡੀ ਕੋਈ ਚੀਜ਼ ਨਹੀਂ। ਮੈਂ ਵੀ ਜਿਹੜਾ ਕੰਮ ਕਰ ਰਿਹਾ ਵਾਂ ਇਨਸਾਨੀਅਤ ਦੇ ਨਾਤੇ ਉਮਾ ਜੀ ਕਰ ਰਿਹਾ। ਮੈਨੂੰ ਕੋਈ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਤਗਮਾ ਲੱਗਣਾ ਵਾ। ਮੇਰੇ ਬੱਚੇ, ਮੇਰੇ ਭੈਣ ਭਰਾ, ਮੇਰੇ ਇਸ ਸਮਾਜ ਦੇ ਬੱਚੇ, ਸਾਡੇ ਹੀ ਬੱਚੇ ਹੈ ਨਾ ਜਿਹੜੇ ਉੱਥੇ ਪੜ੍ਹਨ ਗਏ ਆ। ਸਾਨੂੰ ਹੀ ਉਹਨਾਂ ਨੇ ਕੱਲ੍ਹ ਫੀਡਬੈਕ ਕਰਨੀ ਆ, ਡਾਕਟਰ ਬਣ ਕੇ ਆਉਣਾ ਤਾਂ ਸਾਨੂੰ ਹੀ ਠੀਕ ਕਰਨਾ ਉਹਨਾਂ ਨੇ। ਤਾਂ ਇਹ ਤਾਂ ਸਾਡਾ ਫਰਜ਼ ਬਣਦਾ ਵਾ। ਉਹ ਮੈਂ ਇੱਕ ਸਿਪਾਹੀ ਹੋਣ ਦੇ ਨਾਤੇ, ਭਾਰਤੀ ਜਨਤਾ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਮੈਂ ਗੌਰਵਿੰਦ ਸਿਪਾਹੀ ਹਾਂ। ਮੈਂ ਕਹਿੰਦਾ ਮੈਂ ਕਰਮਠ ਕਾਰਿਆਕਰਤਾ ਵਾਂ ਪਾਰਟੀ ਦਾ ਆਪਣੇ, ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਆ, ਉਹਨਾਂ ਨੂੰ ਸੋਚ ਲੈ ਕੇ ਸਾਡੇ 'ਚ ਵੀ ਜਜ਼ਬਾ ਜਾਗਦਾ ਕਿ ਅਸੀਂ ਵੀ ਅਗਰ ਉਹ 18-18 ਘੰਟੇ ਕੰਮ ਕਰ ਸਕਦੇ ਆ, ਅਸੀਂ ਵੀ ਉਹਦੇ 'ਚ ਆਪਣਾ ਕੋਈ ਯੋਗਦਾਨ ਪਾ ਸਕਦੇ ਹਾਂ। ਬਿਲਕੁਲ। ਇਸ ਵੇਲੇ ਉਹਨਾਂ ਨੂੰ ਸੰਕਟ ਮੋਚਨ ਵੀ ਕਿਹਾ ਜਾ ਰਿਹਾ ਹੈ। ਚਲੋ, ਸੰਕਟ ਮੋਚਨ ਤਾਂ ਹਮੇਸ਼ਾ ਹੀ ਆ ਜੀ। ਸਵੇਰੇ ਜਦੋਂ ਮੈਨੂੰ ਕਾਲ ਆਉਂਦੀ ਆ ਜੀ ਯੂਕਰੇਨ ਤੋਂ, ਆਹ ਚਾਹੀਦਾ, ਆਹ ਹੋ ਰਿਹਾ, ਇਹ ਕਰਨਾ ਜੀ, ਇਹ ਕਰਨਾ, ਤਾਂ ਜਦੋਂ ਮੈਂ ਆਪਣੇ ਟਿਕਾਣੇ ਤੱਕ ਗੱਲ ਪਹੁੰਚਾਉਂਦਾ ਵਾਂ ਤਾਂ ਉਹਦਾ ਜਦੋਂ ਹੱਲ ਹੁੰਦਾ ਵਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਆਦਮੀ ਦੇ ਵਿੱਚ ਆਪਣੇ ਆਪ 'ਚ ਪ੍ਰਾਊਡ ਫੀਲ ਕਰਦਾ? ਤਾਂ ਮੈਂ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਵਾਂ। ਬਾਕੀ ਇੱਕ ਗੱਲ ਹੈਗੀ ਆ ਕਿ ਸਾਡਾ ਭਾਰਤੀ ਜਨਤਾ ਪਾਰਟੀ ਦੀ ਔਰ ਮੋਦੀ ਸਰਕਾਰ ਦਾ ਇੱਕ ਮੈਂ ਤੁਹਾਨੂੰ ਜੀ ਇੱਕ ਗੱਲ ਕਲੀਅਰ ਮੈਸੇਜ ਦੇ ਦਿੰਦਾ। ਤਾਂ ਹੀ ਅੱਜ 4 ਦਿਨ ਤੋਂ ਮਿਨਿਸਟਰ ਸਾਰੇ ਚਾਰੋਂ ਕੈਬਨਿਟ ਮਿਨਿਸਟਰ ਦੂਜੇ ਵਿਦੇਸ਼ ਅਲੱਗ-ਅਲੱਗ ਜਗ੍ਹਾ 'ਤੇ ਬੈਠੇ ਆ। ਇੱਕ ਬੱਚਾ ਸੇਫ ਐਂਡ ਸਾਊਂਡ ਲੈ ਕੇ ਆਉਣਾ ਸਾਡਾ ਪਹਿਲੀ ਪ੍ਰਾਥਮਿਕਤਾ ਵਾ। ਪਰ ਪ੍ਰਾਥਮਿਕਤਾ ਇੱਕ ਹੋਰ ਹੈਗੀ ਹੈ, ਜਿਹੜੀ ਦੇਸ਼ ਦੀ ਸਰਕਾਰ ਨੇ ਬੜੀ ਵੱਡੀ ਗੱਲ ਕਹੀ ਕਿ ਅਸੀਂ ਆਪਣੇ ਹਿੰਦੁਸਤਾਨ ਦੇ ਨਹੀਂ, ਸਾਡੇ ਲਾਗੇ ਪੜੋਸੀ ਹੋਰ ਵੀ ਜਿਹੜੇ ਕੰਟਰੀਆਂ ਦੇ ਨਾਗਰਿਕ ਹੈਗੇ ਉਹਨਾਂ ਨੂੰ ਵੀ ਲੈ ਕੇ ਆਏ। ਕਿ ਲੱਗਦਾ ਵੀ ਉੱਥੇ ਵੀ ਕਿ ਦੇਸ਼ ਦੀ ਜਿੱਥੇ ਰਾਜਨੀਤੀ ਕੂਟਨੀਤੀ ਦੀ ਗੱਲ ਹੋ ਰਹੀ, ਉੱਥੇ ਇਨਸਾਨੀਅਤ ਦੀ ਵੀ ਜਿਹੜੀ ਹੈ ਸਰਕਾਰ ਗੱਲ ਕਰ ਰਹੀ ਹੈ ਪੂਰੀ। ਭਾਵੇਂ ਕਿ ਇਸ ਲਈ ਕੋਈ ਰਾਜਨੀਤੀ ਨਹੀਂ, ਕੋਈ ਕੂਟਨੀਤੀ ਨਹੀਂ, ਸਭ ਤੋਂ ਪਹਿਲਾਂ ਨਾਗਰਿਕਾਂ ਦੀ ਜਾਨ ਬਚਾਉਣੀ। ਕੋਈ ਸ਼ੱਕ ਨਹੀਂ ਜੀ, ਚਾਹੇ ਉਹ ਪਾਕਿਸਤਾਨ ਦਾ ਨਾਗਰਿਕ ਹੋਏ, ਚਾਹੇ ਬੰਗਲਾਦੇਸ਼ ਦਾ ਹੋਏ, ਚਾਹੇ ਸ਼੍ਰੀਲੰਕਾ ਦਾ ਹੋਏ, ਚਾਹੇ ਮਲੇਸ਼ੀਆ ਦਾ ਹੋਏ, ਚਾਹੇ ਅਫਗਾਨਿਸਤਾਨ ਦਾ ਹੋਏ, ਅਸੀਂ ਤਾਂ ਬਿਲਕੁਲ ਦੇਸ਼ ਦਾ ਪ੍ਰਧਾਨ ਮੰਤਰੀ ਗਲੋਬਲ ਲੀਡਰ ਹੈ ਇਸ ਟਾਈਮ। ਉਹਦਾ ਮੇਨ ਮਕਸਦ ਆ ਇਨਸਾਨੀਅਤ, ਕਿਉਂਕਿ ਇਨਸਾਨੀਅਤ ਜ਼ਿੰਦਾ ਵਾ ਤਾਂ ਸਭ ਕੁਝ ਜ਼ਿੰਦਾ ਵਾ। ਜੇ ਮੈਂ ਹੀ ਨਾ ਬਚਿਆ ਤਾਂ ਇਹ ਚੀਜ਼ਾਂ ਕਾਹਦੀਆਂ ਵਾ? ਤਾਂ ਦੇਖਣ ਵਾਲਾ ਤਾਂ ਇਹੀ ਆ ਕਿ ਆਪਾਂ ਆਪਣਾ ਲੋਕਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ। ਮੇਰਾ ਇਸ ਲਈ ਸਵਾਲ ਹੈਗਾ, ਤੁਸੀਂ ਕਾਰੋਬਾਰ ਜਿਹੜਾ ਕਰਦੇ ਹੋ, ਤੁਹਾਡੇ ਬਾਕੀ ਮੁਲਕਾਂ ਦੇ ਕਈ ਮੁਲਕਾਂ ਦੇ ਵਿੱਚ ਤੁਹਾਡਾ ਕਾਰੋਬਾਰ ਹੈਗਾ ਵਾ, ਸੋ ਅਗਰ ਤੁਹਾਡੇ ਸੰਪਰਕ ਜੇ ਉਸ ਮੁਲਕਾਂ ਦੇ ਵੀ ਲੋਕ ਆਉਂਦੇ ਤੁਹਾਡੇ ਪੜੋਸੀ, ਤਾਂ ਤੁਸੀਂ ਕੀ ਉਸੇ ਤਰ੍ਹਾਂ ਗੱਲ ਰੱਖੋਗੇ ਜਿਸ ਤਰ੍ਹਾਂ ਇੰਡੀਅਨ ਦੀ ਗੱਲ ਕਰ ਰਹੇ ਹੋ? ਬਿਲਕੁਲ ਜੀ, ਕਿਉਂ ਨਹੀਂ। ਮੇਰੇ ਕੋਲ ਕੋਈ ਵੀ ਆ ਜਾਏ, ਮੈਂ ਕੋਈ ਸਿਰਫ ਪੰਜਾਬ ਲਈ ਥੋੜ੍ਹੀ ਕੰਮ ਕਰ ਰਿਹਾ ਵਾਂ। ਅਗਰ ਮੇਰੇ ਕੋਲ ਕੋਈ ਮੈਸੇਜ ਉੜੀਸਾ ਦਾ ਆ ਜਾਂਦਾ ਵਾ, ਕਿਸੇ ਹੋਰ ਜਗ੍ਹਾ ਦਾ ਆ ਜਾਂਦਾ ਵਾ, ਉਹਨੂੰ ਸੇਵ ਕਰਨਾ ਪਹਿਲੀ ਪ੍ਰਾਥਮਿਕਤਾ, ਕਿਉਂਕਿ ਸਾਡੀ ਤਾਂ ਗੱਲ ਪਹੁੰਚਾਉਣ ਦਾ ਮਤਲਬ ਆ। ਔਰ ਬਾਕੀ ਇੱਕ ਗੱਲ ਜਿਹੜੀ ਤੁਸੀਂ ਮੈਨੂੰ ਕਹੀ ਕਿ ਦੂਸਰੀ ਕੰਟਰੀ ਦਾ ਅਗਰ ਕੋਈ ਆਦਮੀ ਕੰਟੈਕਟ ਕਰਦਾ ਕਿ ਮੈਂ ਇੱਥੇ ਫਸੇ ਆ, ਅਖੀਰ ਇਕੱਲਾ ਤਾਂ ਫਸਿਆ ਨਹੀਂ ਹੋਇਆ, ਬੱਚੇ ਤਾਂ ਇਕੱਠੇ ਹੋਏ ਆ। ਹੁਣ 500 ਕਿਤੇ 400 ਬੱਚਾ, ਕਿਤੇ 700 ਬੱਚਾ, ਕਿਤੇ 900 ਬੱਚਾ, ਕਿਤੇ 1500 ਬੱਚਾ। ਤਾਂ ਅੱਜ ਵੀ ਬੱਚੇ ਕਾਫੀ। ਅਨੁਜ ਭੰਡਾਰੀ ਉਸੇ ਤਰ੍ਹਾਂ ਕੰਮ ਕਰਨਗੇ ਇਸ ਤਰ੍ਹਾਂ ਇੰਡੀਅਨ ਨਾਗਰਿਕ ਲਈ? ਬਿਲਕੁਲ ਜੀ, ਬਿਲਕੁਲ। ਜੋ ਪਾਕਿਸਤਾਨ ਦਾ ਤੁਸੀਂ ਪਿਛਲੇ 2 ਮਹੀਨੇ ਪਹਿਲਾਂ ਪਾਕਿਸਤਾਨ ਦੇ ਬੰਦੇ ਫਸੇ ਸੀ, ਉਹਨਾਂ ਨੂੰ ਅਗਰ 100 ਬੰਦਿਆਂ ਨੂੰ ਮੈਂ ਪਾਕਿਸਤਾਨ ਵਾਪਸ ਭੇਜਿਆ, ਔਰ ਉਹ ਵੀ ਫਿਰ ਮਾਧਿਅਮ ਪੁਰੀ ਸਾਹਿਬ ਸੀਗੇ। ਇੱਕ ਗੱਲ ਸੁਣੋ, ਇੱਕ ਗੱਲ ਤਾਂ ਹੈ ਨਾ ਜੀ, ਤੁਹਾਡੀ ਟਿਊਨਿੰਗ ਪਾਰਟੀ ਦੇ ਵਿੱਚ ਕਿੱਦਾਂ ਦੀ ਆ, ਤੁਸੀਂ ਕਿੰਨਾ ਆਪਣੀ ਸੋਚ, ਇੱਕ ਇਮਾਨਦਾਰੀ ਦੀ ਸੋਚ ਨਾਲ ਕੰਮ ਕਰਨਾ ਚਾਹੁੰਦੇ ਹੋ, ਉਹਦੇ ਨਾਲ ਤੁਹਾਡਾ ਸਾਰਾ ਕੁਝ ਨਿਰਭਰ ਹੁੰਦਾ ਕਿ ਤੁਸੀਂ ਕੰਮ ਕਰਨ ਦੇ ਵਿੱਚ ਕਿੰਨਾ ਅੱਜ ਪਾਰਟੀ ਦੀ ਜ਼ਿੰਮੇਵਾਰੀਆਂ ਕਈ ਦੇ ਦਿੰਦੀਆਂ ਵਾ। ਜੇ ਮੈਂ ਹੀ ਨਾ ਕਰਨਾ ਚਾਹਾਂ
ਤਾਂ ਜ਼ਿੰਮੇਵਾਰੀ ਕਿਸ ਕੰਮ ਦੀ? ਮੈਂ ਆਪ ਕਹਿੰਦਾ ਵਾਂ ਕਿ ਮੇਰੇ ਕੋਲ ਨਰ ਸੇਵਾ ਨਾਰਾਇਣ ਸੇਵਾ ਪਰਮਾਤਮਾ ਠਾकुर जी गुरु महाराज कराते रहन। और मैं आखिरी अपनी जो मेरी लाइफ जो परमात्मा ने मेरी तय की आ, मैं ये चाहांगा कि मेरे को भारतीय जनता पार्टी का कार्यकर्ता होने के नाते मैं वो सारे काम करा जो लोगों के समाज की भलाई नहीं हो। मेरा आखिरी सवाल है, अमृतसर के भी कई नागरिक स्टूडेंट जो यूक्रेन फसे है, जो हाले तक नहीं पहुंचे, उन्होंने की कर रहे हो? बिल्कुल जी, अज बच्चे काफ़ी आ रहे हैं जी। अज 6-7 बजे तक काफ़ी बच्चे वापस जरा पहली खेप दूजी खेप ਜਿਹੜੇ बच्चे पोलैंड ट्रांसफर होए वो अज इंडिया तो बाद अमृतसर लैंड कर रहे हैं। 6 वजे मेरा ख्याल लैंड कर जाएंगे। तो मैं उन्होंने पहलों तो उन्होंने सेफ जल्दी जोड़े अपने अमृतसर या पंजाब या अलग अलग हिंदुस्तान के किसी भी कोने से जोड़े बच्चे पहुँच रहे हैं उन्होंने मैं और ठाकुर जी ने भी धन्यवाद करूँगा, गुरु महाराज ने भी धन्यवाद करूँगा कि जोड़े वो अपने घर अपने माँ प्यो को प्रॉपरली मिल सकणगे। किन्ने खुश होणगे तुसीं देखो कि जो बंदा किते मतलब कितों बच के निकलदा ना, मतलब लास्ट मूमेंट ते जिहड़ा बच के निकलदा दूसरी जिंदगी कहंदे जी, वो बच्चे अज जीणगे अपने। और बच्चे और माँ प्यो किन्ने खुश होणगे, तां उस तो ज़्यादा खुश मैं उस तो ज़्यादा खुश अनुज भंडारी होणगे। क्यों माध्यम बने आ छोटा जा भावें माध्यम सही। माध्यम देखो कुछ भी होवे, मैं कहना एक कहावत है जी कि रामायण दे विच आंदी है कि मतलब ना समुंदर देवता ਮੰਨਦੇ नहीं, वो भगवान कहते मैं सुका दूंगा। ਜਦੋਂ ਉਹਨਾਂ ਨੇ ਰਾਵਣ ਨੂੰ ਲੰਕਾ 'ਚ ਜਾਣਾ ਹੁੰਦਾ ਤਾਂ ਉਹ ਦੇਖਦੇ ਆ ਕਿ ਇੱਕ ਗਲਹਿਰੀ ਨਾ ਸੇਤੂ ਬਣਾਉਣਾ ਹੁੰਦਾ ਵਾ, ਤੇ ਇੱਕ ਗਲਹਿਰੀ ਜਾਂਦੀ ਆ ਤਾਂ ਉਹਨਾਂ ਅੰਦਰੋਂ ਮਿੱਟੀ ਦੇ ਵਿੱਚ ਐ ਇਕੱਠੇ ਕਰਤੇ ਤੇ ਜਾ ਕੇ ਝਾੜ ਦਿੰਦੀ ਆ ਆਪਣਾ ਆਪਣੇ, ਤਾਂ ਕਿ ਉਹ ਇਹ ਸੋਚਦੀ ਆ ਕਿ ਮੈਂ ਮਿੱਟੀ ਨਾਲ ਪੁਲ ਬਣਾ ਰਹੀ ਹਾਂ, ਮਿੱਟੀ ਦਾ ਪੁਲ ਬਣਾ ਰਹੀ ਹਾਂ। ਤਾਂ ਤੁਸੀਂ ਦੇਖੋ ਗਲਹਿਰੀ ਦਾ सिर्फ सोच और वो एक ईमानदारी कि मैं प्रभु के की काम आ सकती हाँ। हालांकि वो कुछ पुल तो बन नहीं जाना सी, तो प्रभु राम देखते हैं कि वो देखो वो सोच कितनी वधिया वा। तो इस करके मेरी सोच यही होनी चाहिए है, मेरे वर्गे होर आदमी की सोच ये होनी चाहिए कि असी अपनी इंसानियत नूं और अपने इस लड़ाई का जिहड़ा महा युद्ध चल रहा वा इनू रोकिया भी जाए। मैं ये भी कहांगा कि जिन्ना जल्दी ये युद्ध रुक जाए, रशिया नूं भी यूक्रेन नूं भी ये मोदी जी मध्यस्थता करन, जिस तरह भी कर सकते, क्योंकि ग्लोबल लीडर है, उन्होंने कहण नूं सारी दुनिया इसलिए मन रही है। और मैं समझदा वां कि देश के लोग अपने हिंदुस्तान के लोग उन्होंने कंधे ना कंधा ला के उन्होंने होर ताकत दईए ताकि असी इदां दे कोई आने वाले समय दे जिहड़े संकट आ उन्होंने आप सह सकीए और उन्होंने ठीक कर सकीए। सो संकट है उन्होंने ठीक कर सकीए और माध्यम बने आ। माध्यम अज उन्होंने परिवारों को जो खुशी हो रही है, बच्चों को खुशी हो रही है, लेकिन उस तो ज़्यादा खुशी अनुज भंडारी हो रही, क्योंकि एक छोटा जिहा माध्यम बनया वा। उन्होंने यूक्रेन के फसे जोड़े कि जिंदगी के मौत के जूझ रहे बच्चे नागरिक जोड़े कि वापस अपने इंडिया परत रहे, अमृतसर वरत रहे, पंजाब के आ रहे हैं, वक्-वक् जोड़े देश के कोने के आ रहे हैं। लेकिन सब तो वड्डी गल है कि युद्ध जोड़ा है महाविनाशक युद्ध है। सो राजनीति तो कूटनीति जी कि भारत सरकार जी दिखा के अपने बच्चों वापस लिया रही। सो राजनीति कूटनीति अगर इस युद्ध को भी खत्म कर दे तो सब तो वधिया, लेकिन युद्ध कोई किसी भी चीज़ का हल नहीं है। महाविनाशक युद्ध जेकर परमाणु युद्ध होंदा है तो पूरी दुनिया जी है इस विनाश को देखेगी। लेकिन अनुज भंडारी जोड़े गए आ जोड़े अमृतसर तो जोड़े कि 1100 बच्चे के करीब होर जोड़े उन्होंने जोड़े यूक्रेन के नागरिक फसे उन्होंने लियान दे विच लगातार जोड़े विदेश मंत्रालय भारत सरकार तो यूक्रेन के जोड़े नागरिकों नाल संपर्क च गए। सो हरदीप पुरी का धन्यवाद कर रहे। और जोड़े देश के 4 मंत्री है जोड़े कि भारत सरकार के जोड़े मंत्री है वो लगातार जोड़े यूक्रेन और हंगरी या पोलैंड या होर जोड़े बॉर्डर के जाके बच्चों लैके आ रहे हैं। सो लगातार जोड़ा प्रयास जारी, उस प्रयास के जोड़े अनुज भंडारी वो भी शामिल है।